ऐदा करो फिर भी 2000 का पा दो। डीजल है ना? हाँ डीजल है बेटा। ਉਹੀ ਨਾ ਉਹ ਕਹਿੰਦੇ ਵੀ ਤੁਸੀਂ ਕਿੰਨੇ ਪਿੰਜਰੇ 'ਚ ਕੈਦ ਕੀਤਾ ਵੀ ਉਹ ਕਿਹੜਾ ਕੋਈ ਜੀਵ ਜੰਤੂ ਸੀ। ਉਹ ਇਦਾਂ ਉਹ ਇਹੀ ਸਵਾਲ ਨਾ ਬਾਬਾ ਜਗਜੀਤ ਸਿੰਘ ਸਾਡੇ ਵਿਦਵਤਾ ਦੇ ਮਾਲਕ ਇੱਥੇ ਤੇ ਉਹ ਤੇ ਪੜ੍ਹੇ ਲਿਖੇ ਤੇ ਕਈਆਂ ਨੇ ਇੱਥੇ ਕਹਿੰਦੇ ਜੀ ਉਹ ਤੇ ਇੱਕ ਬਿਮਾਰੀ ਸੀ। ਬਿਮਾਰੀ ਨੂੰ ਕਿੱਦਾਂ ਕੈਦ ਕਰ ਲਿਆ ਪਿੰਜਰੇ 'ਚੋਂ? ਬਿਮਾਰੀ ਤਾਂ ਗੁਰੂ ਹਰ ਕਿਸੇ ਨੂੰ ਸਮਝ ਆ ਕੇ ਦਿੱਲੀ ਉਹਨੂੰ ਬਿਮਾਰੀ ਦੂਰ ਕੀਤੀ ਹੈ। ਉਹੀ ਨਾ ਆਹ ਚੀਜ਼ ਬਣ ਜਾਂਦੀ ਪਰ ਇਹ ਸਾਡੀ ਗੁਰੂ ਪ੍ਰਤੀ ਸ਼ਰਧਾ ਹੋਣੀ ਚਾਹੀਦੀ ਹੈ ਕਿਉਂਕਿ ਇਸ ਚੀਜ਼ ਦਾ ਨਾ ਥੋੜਾ ਜਿਹਾ ਵਿਵਾਦ ਜਿਹਾ ਵਾ। ਇੱਥੇ ਵੀ ਅੱਗੇ ਇੱਕ ਦੋ ਨੇ ਕੀਤਾ ਵੀ ਉਹ ਕੋਠੜੀ ਕਿਉਂ ਬਣਾਈ ਆ, ਉਹਦੇ ਵਿੱਚ ਆ ਕੁਝ ਦਿਖਾਓ ਤੇ ਗੋਲ ਵੀ ਮੜੇ ਇਧਰ ਹੋਈ ਜਾ ਸਾਡੇ ਨਾਲ ਹੀ ਆ ਜਾ ਦੱਸੇਂਗਾ। ਗੁਰੂ ਸਾਹਿਬ ਦੀ ਸਾਜੀ ਨੂੰ ਅੱਜ ਸਾਧ ਸੰਗਤ ਜੀਓ ਦਸ਼ਮੇਸ਼ ਪਿਤਾ ਗੁਰੂ ਮਹਾਰਾਜ ਦੀ ਬਖਸ਼ੀ ਹੋਈ ਮੁਕੱਦਸ ਫਤਿਹ ਦੀ ਸਾਂਝ ਪਾਓ। ਦਿਓ ਪਿਆਰ ਦਾ ਸਬੂਤ ਸਾਰੇ ਜਣੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ ਬੰਦਾ ਜਾਂਦਾ ਕਿਤੇ ਹੋਰ ਹੈ ਤੇ ਪਰ ਇਹ ਹੁੰਦੀ ਹੈ ਗੁਰੂ ਸਾਹਿਬ ਦੀ ਮਰਜ਼ੀ, ਉਹ ਉਹਨੂੰ ਕੰਨੋਂ ਫੜ ਕੇ ਕਿਤੇ ਵੀ ਲੈ ਜਾਂਦਾ। ਅਸੀਂ ਚੱਲੇ ਸੀ ਸੁਲਤਾਨਪੁਰ ਲੋਧੀ ਜਿੱਥੇ ਗੁਰੂ ਨਾਨਕ ਪਾਤਸ਼ਾਹ ਨੇ 13 ਤੋਲਿਆ ਸੀਗਾ। ਰਸਤੇ 'ਚ ਲੰਘੇ ਤੇ ਇਹ ਜਗ੍ਹਾ ਪਿੰਡ ਡੱਲੇ ਵਿੱਚ ਦੀ ਜਦੋਂ ਲੰਘੇ ਤਾਂ ਇੱਥੋਂ ਦਾ ਇਤਿਹਾਸ ਵੇਖਿਆ ਜਿੱਥੇ ਕਿ 8 ਪਾਤਸ਼ਾਹੀ ਦੇ ਮੁਬਾਰਕ ਚਰਨ ਪਏ ਹੋਏ ਹਨ। ਕਿਸੇ ਮੱਕੇ ਮਦੀਨੇ ਦੇ ਹੱਜ ਨਾਲੋਂ ਘੱਟ ਨਹੀਂ ਗਾ। ਗੁਰੂ ਸਾਹਿਬ ਦੇ ਆਪਾਂ ਇਸ ਸਥਾਨ ਦੇ ਦਰਸ਼ਨ ਕਰਦੇ ਜਿੱਥੇ 8 ਪਾਤਸ਼ਾਹੀਆਂ ਨੇ ਚਰਨ ਪਾਏ ਹਨ ਤੇ ਨਾਲ ਨਾਲ ਆਪਾਂ ਇਤਿਹਾਸ ਤੋਂ ਵੀ ਜਾਣੂ ਹੋਵਾਂਗੇ। ਗੁਰੂ ਘਰ ਦੇ ਕਥਾਵਾਚਕ ਭਾਈ ਸੁਖਦੇਵ ਸਿੰਘ ਜੀ ਸਾਡੇ ਨਾਲ ਹਨ ਜੋ ਕਿ ਆਪਾਂ ਨੂੰ ਇਤਿਹਾਸ ਤੋਂ ਜਾਣੂ ਕਰਵਾਉਣਗੇ। ਸੁਖਦੇਵ ਸਿੰਘ ਖਾਲਸਾ ਜੀ ਸਿੰਘ ਟਰੈਵਲ ਵਿੱਚ ਤੁਹਾਡਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਗਤਾਂ ਦੇ ਨਾਲ ਖਾਲਸਾ ਜੀ ਇਤਿਹਾਸ ਦੀ ਸਾਂਝ ਪਾਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਨਾਨਕ ਨਾਮ ਲੇਵਾ ਸਮੂਹ ਸਿੱਖ ਸੰਗਤ ਜਗਤ ਨੂੰ ਦਾਸ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਇਹ ਜੋ ਉਪਰਾਲਾ ਭਾਈ ਸਾਹਿਬ ਜੀ ਹੋਣੀ ਕਰ ਰਹੇ ਨੇ ਬਹੁਤ ਹੀ ਸ਼ਲਾਘਾਯੋਗ ਹੈ ਕਿਉਂਕਿ ਅੱਜ ਲੋੜ ਹੈ ਕਿ ਦੇਸ਼ਾਂ ਵਿਦੇਸ਼ਾਂ ਵਿੱਚ ਜੋ ਸੰਗਤਾਂ ਕੰਮਾਂ ਵਾਸਤੇ ਰੋਜੀ ਵਾਸਤੇ ਆਪਣੀ ਇਸ ਪਾਵਨ ਧਰਤੀ ਨੂੰ ਛੱਡ ਕੇ ਜਾ ਚੁੱਕੇ ਹਨ ਉਹਨਾਂ ਨੂੰ ਉੱਥੇ ਵਿਦੇਸ਼ਾਂ ਵਿੱਚ ਹੀ ਆਨੰਦ ਮਾਣਨ ਵਾਸਤੇ ਭਾਈ ਸਾਹਿਬ ਜੀ ਉਪਰਾਲਾ ਕੀਤਾ ਹੈ। ਔਰ ਅੱਜ ਇਸ ਪਾਵਨ ਪਵਿੱਤਰ ਧਰਤੀ ਜੋ ਡੱਲਾ ਨਗਰ ਸੁਲਤਾਨਪੁਰ ਲੋਧੀ ਗੁਰਦੁਆਰਾ ਬੇਰ ਸਾਹਿਬ ਤੋਂ ਚੜ੍ਹਦੇ ਪਾਸੇ ਨੂੰ 5 ਮੀਲ ਦੀ ਦੂਰੀ 'ਤੇ ਸਥਿਤ ਹੈ। ਇਹ ਪਾਵਨ ਪਵਿੱਤਰ ਸਥਾਨ ਦੇ ਉੱਤੇ ਬਹੁਤ ਵੱਡੀ ਬਖਸ਼ੀਸ਼ ਨਦਰੇ ਰਹਿਮਤ ਕੀਤੀ ਹੈ ਸਤਿਗੁਰਾਂ ਨੇ, ਜੋ ਭਾਈ ਗੁਰਦਾਸ ਜੀ ਦੀ 15ਵੀਂ 16ਵੀਂ ਪੌੜੀ ਦੇ ਅੰਦਰ ਉਹਨਾਂ 72 ਮਹਾਂਪੁਰਖਾਂ ਦਾ ਜ਼ਿਕਰ ਕੀਤਾ ਹੈ। ਇਹ ਇਤਨਾ ਪਵਿੱਤਰ ਨਗਰ ਹੈ ਡੱਲਾ, ਇੱਥੇ 72 ਬ੍ਰਹਮ ਗਿਆਨੀ ਹੋਏ ਜੀ। ਔਰ ਕਿਤਨੀ ਮਹਾਨ ਬਖਸ਼ਿਸ਼ ਹੈ ਕਿ ਵਾਕਿਆ ਹੀ ਮੱਕੇ ਮਦੀਨੇ ਤੋਂ ਘੱਟ ਨਹੀਂ ਹੈ। ਜਿਸ ਤਰ੍ਹਾਂ ਮੁਸਲਮਾਨ ਆਪਣੇ ਮੱਕੇ ਤੋਂ ਮਦੀਨੇ ਤੋਂ ਫਿਦਾ ਹੈ, ਸਿੱਖ ਜਨਤਾ ਵੀ ਇਸ ਨਗਰ ਤੋਂ ਫਿਦਾ ਹਨ ਕਿਉਂਕਿ ਇਸ ਨਗਰ ਵਿੱਚ 72 ਬ੍ਰਹਮ ਗਿਆਨੀ ਹੋਏ ਜੀ।
ਔਰ ਜਿਨ੍ਹਾਂ ਵਿੱਚੋਂ 4 ਮੰਜੀਆਂ ਵੀ ਕੁਝ ਇਤਿਹਾਸਕਾਰਾਂ ਨੇ ਇਸ ਨਗਰ ਨੂੰ ਬਖਸ਼ਿਸ਼ ਕੀਤੀਆਂ, ਜਿਨ੍ਹਾਂ ਵਿੱਚੋਂ 2 ਮੰਜੀਆਂ ਤਾਂ ਪ੍ਰਤੱਖ ਹਨ। ਪਹਿਲੀ ਮੰਜੀ ਜੋ ਗੋਇੰਦਵਾਲ ਸਾਹਿਬ 22 ਮੰਜੀਦਾਰ ਥਾਪੇ ਸੀ, ਉਹਨਾਂ 'ਚੋਂ ਪਹਿਲੀ ਮੰਜੀ ਜੋ ਭਾਈ ਪਾਰੋ ਜੀ ਪਰਮਹੰਸ ਉਹ ਇਸ ਨਗਰ ਦੇ ਹੋਏ ਹਨ। ਦੂਜੀ ਮੰਜੀ ਭਾਈ ਲਾਲੂ ਜੀ ਵੈਦ ਜੀ ਤੇਈਆ ਤਾਪ ਦੇ, ਜਿਨ੍ਹਾਂ ਨੂੰ ਬਹੁਤ ਵੱਡੀ ਬਖਸ਼ਿਸ਼ ਮਿਲੀ ਸੀ, ਉਹ ਵੀ ਇਸ ਨਗਰ ਦੇ ਹਨ। ਤੀਜਾ ਸ਼ਾਹ ਅੱਲਾ ਜਾਰ ਮੁਸਲਮਾਨ ਫਕੀਰ ਹੋਇਆ, ਕਰੋੜਾਂ ਦਾ ਮਾਲਕ ਸੀ, ਔਰ ਉਹ ਸਤਿਗੁਰੂ ਮਹਾਰਾਜ ਜੀ ਦੇ ਭਾਈ ਪਾਰੋ ਜੀ ਨੂੰ ਮਿਲਿਆ ਤੇ ਭਾਈ ਪਾਰੋ ਜੀ ਦਾ ਜੀਵਨ ਵੇਖ ਕੇ, ਉਹਨਾਂ ਦੀ ਬਹਿਣੀ ਉੱਠਣੀ ਦੇਖ ਕੇ ਇੰਨਾ ਕੁ ਪ੍ਰਭਾਵਿਤ ਹੋ ਗਿਆ ਕਿ ਮੈਂ ਕਰੋੜਾਂ ਦਾ ਮਾਲਕ ਹੋ ਕੇ ਵੀ ਇੰਨਾ ਸਕੂਨ ਨਹੀਂ ਲੈ ਸਕਿਆ ਜਿੰਨਾ ਭਾਈ ਪਾਰੋ ਜੀ ਤੁਹਾਡੇ ਸਕੂਨ ਹੈ। ਇਹ ਸਕੂਨ ਕਿੱਥੋਂ ਮਿਲਿਆ? ਤਾਂ ਭਾਈ ਪਾਰੋ ਜੀ ਕਹਿੰਦੇ ਗੋਇੰਦਵਾਲ ਗੋਬਿੰਦਪੁਰੀ ਸਮਝਲਣ ਤੀਰ ਵਿਪਾਸ ਬਣਾਏ। 1 ਮਿੰਟ ਵਾਸਤੇ ਮੈਂ ਰੋਕੂੰਗਾ ਵੀ ਇੱਕ ਹੋਇਆ ਜੋਗੀ ਯਾਰ ਅੱਲਾ ਖਾਂ, ਇਹ ਵੀ ਯਾਰ ਅੱਲਾ ਖਾਂ? ਹਾਂਜੀ, ਇਹ ਅੱਲਾ ਯਾਰ ਖਾਂ ਹੋਰ ਹੈ ਜੀ। ਇਹ ਹੋਰ ਹੈ ਜੀ, ਉਹ ਹੋਏ ਨੇ ਗੁਰੂ ਗੋਬਿੰਦ ਸਿੰਘ ਦੇ ਵੇਲੇ, ਜਿਨ੍ਹਾਂ ਨੇ ਸਾਹਿਬਜ਼ਾਦਿਆਂ ਦੇ ਇਤਿਹਾਸ ਨੂੰ ਲਿਖਿਆ। ਹਾਂਜੀ, ਇਹ ਜਿਹੜੇ ਇਹਨਾਂ ਦਾ ਇਤਿਹਾਸ ਜਿਹੜਾ ਹੈ ਇਹ ਗੁਰੂ ਅਮਰਦਾਸ ਜੀ ਨਾਲ ਰਿਲੇਟਡ ਹੈ। ਠੀਕ ਹੈ। ਉਹ ਅੱਲਾ ਯਾਰ ਜੋਗੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਉਹਨਾਂ ਦੇ ਵੇਲੇ ਤੋਂ ਬਾਅਦ ਵਿੱਚ ਹੋਏ ਨੇ, ਔਰ ਉਹਨਾਂ ਨੇ ਸਾਹਿਬਜ਼ਾਦਿਆਂ ਦਾ ਜੋ ਚਮਕੌਰ ਦੀ ਗੜੀ ਦਾ ਗੁਰੂ ਕਥਾ ਗੁਰੂ ਸੁਤਨ ਕੀ, ਗੁਰੂ ਪੁੱਤਰਾਂ ਦਾ ਇਤਿਹਾਸ ਉਹਨਾਂ ਨੇ ਲਿਖਿਆ ਹੈ। ਤੋ ਇਸ ਕਰਕੇ ਇਸ ਨਗਰ ਦੇ ਵਿੱਚ ਇਹ ਮੰਜੀਆਂ ਪ੍ਰਾਪਤ ਹੋਈਆਂ। ਔਰ ਸਭ ਤੋਂ ਵੱਡੀ ਬਖਸ਼ਿਸ਼ ਇਸ ਨਗਰ ਦੇ ਉੱਤੇ ਕਿ ਜਦੋਂ ਭਾਈ ਪਾਰੋ ਜੀ ਖਡੂਰ ਸਾਹਿਬ ਦੀ ਧਰਤੀ ਤੋਂ ਉਹਨਾਂ ਗੁਰ ਧਾਰਨ ਕੀਤਾ, ਔਰ ਗੁਰੂ ਅੰਗਦ ਸਾਹਿਬ ਮਹਾਰਾਜ ਨੂੰ ਬੇਨਤੀ ਕੀਤੀ ਕਿ ਸਤਿਗੁਰੂ ਕਿਤੇ ਨਗਰ ਸਾਡੇ ਵੀ ਆਇਓ। ਔਰ ਜਿਸ ਤਰ੍ਹਾਂ ਕੁਝ ਇਤਿਹਾਸ ਪੱਖ ਵਿੱਚ ਵਿਚਾਰ ਭਾਵੇਂ ਨਹੀਂ, ਪਰ ਸੀਨਾ ਬਸੀਨਾ ਜੋ ਬਜ਼ੁਰਗਾਂ ਦਾ ਵੀ ਆਪਾਂ ਵੀ ਜਿਹਨੂੰ ਪ੍ਰੇਮ ਕਰਦੇ ਉਹਨੂੰ ਬੁਲਾਈਦਾ ਹੈ। ਔਰ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਇੱਥੇ ਆਏ ਤੇ ਗੁਰੂ ਨਾਨਕ ਸਾਹਿਬ ਦੀ ਤਾਂ ਨਗਰੀ ਹੈ। ਔਰ ਇਸੇ ਤਰ੍ਹਾਂ ਫਿਰ ਗੁਰੂ ਅਮਰਦਾਸ ਜੀ ਨੇ ਮੰਜੀ ਬਖਸ਼ਿਸ਼ ਕੀਤੀ, ਭਾਈ ਪਾਰੋ ਤੋਂ ਪਰਮਹੰਸ ਭਾਈ ਪਾਰੋ ਬਣਾ ਦਿੱਤਾ। ਤੇ ਫਿਰ ਗੁਰੂ ਸਾਹਿਬ ਵੀ ਆਏ, ਔਰ ਜਦੋਂ ਭਾਈ ਪਾਰੋ ਜੀ ਜੋਤੀ ਜੋਤ ਸਮਾਏ, ਉਹਦੇ ਪਿੱਛੇ ਵੀ ਬਹੁਤ ਵੱਡਾ ਇਤਿਹਾਸ ਛੁਪਿਆ ਹੈ ਕਿ ਬਹੁਤ ਵੱਡੀ ਸੇਵਾ ਸੀ ਭਾਈ ਪਾਰੋ ਦੀ। ਹਰ ਕੀ ਬੰਦੀ ਭਗਤ ਛਡਾਵੇ, ਬਾਦੀ ਭਗਤ ਨਾ ਛੂਟੈ ਮੋਏ। ਕਿਸੇ ਪ੍ਰੇਮੀ ਨੇ ਅਰਦਾਸ ਕਰਾਈ ਕਿ ਪੁੱਤਰ ਦੀ ਦਾਤ, ਤੇ ਉਹ ਕਹਿਣ ਲੱਗੇ ਗੁਰੂ ਅਮਰਦਾਸ ਜੀ ਦੇ ਘਰੋਂ ਮਿਲਦੀ। ਉੱਥੋਂ ਫਿਰ ਸਤਿਗੁਰੂ ਕਹਿੰਦੇ ਤੁਹਾਡੇ ਕਰਮਾਂ 'ਚ ਨਹੀਂ। ਭਾਈ ਪਾਰੋ ਜੀ ਨੂੰ ਕਹਿੰਦੇ ਤੁਸੀਂ ਤਾਂ ਇੰਨਾ ਗੁਰੂ ਸਾਹਿਬ ਦਾ ਪ੍ਰਚਾਰ ਕਰਦੇ ਹੋ ਕਿ ਸਾਡਾ ਗੁਰੂ ਇੱਦਾਂ ਕਰਦਾ ਇੱਦਾਂ ਕਰਦਾ। ਸਾਨੂੰ ਜਵਾਬ ਹੋ ਗਿਆ ਤੇ ਭਾਈ ਪਾਰੋ ਸਾਹਿਬ ਜੀ ਕਹਿੰਦੇ ਨਹੀਂ, ਅਸੀਂ ਵਚਨ ਕਰਦੇ ਤੁਹਾਡੇ ਜ਼ਰੂਰ ਭੁਜੰਗੀ ਹੋਵੇਗਾ। ਉਹਨਾਂ ਦੇ ਹੋਇਆ। ਉਹ ਫਿਰ ਗੋਇੰਦਵਾਲ ਸਾਹਿਬ ਗਏ ਤੇ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ ਪੁੱਛਿਆ ਵੀ ਇਹ ਕਿੱਥੋਂ? ਉਹ ਕਹਿੰਦੇ ਤੁਹਾਡੇ ਭਾਈ ਪਾਰੋ ਜੀ ਡੱਲੇ ਵਿੱਚ ਬੈਠੇ ਖੂਹ ਤੇ। ਉਸ ਖੂਹ ਅੱਜ ਵੀ ਮੌਜੂਦ ਹੈ, ਜਲ ਘੁੰਗਣੀਆਂ ਦਾ ਪ੍ਰਸ਼ਾਦ ਛਕਾਉਂਦੇ ਰਹੇ। ਤਾਂ ਫਿਰ ਭਾਈ ਪਾਰੋ ਜੀ ਨੂੰ ਮਹਾਰਾਜ ਜੀ ਨੇ ਸੇਵਾ ਤੋਂ ਖੁਸ਼ ਹੋ ਕੇ ਕਿਹਾ ਜੀ ਤੁਹਾਡੀ ਸੇਵਾ ਸੰਪੂਰਨ, ਤੁਸੀਂ ਗੱਦੀ ਤੇ ਬੈਠ ਜਾਓ। ਤੇ ਜਿਹੜੀ ਗੱਦੀ ਗੁਰੂ ਰਾਮਦਾਸ ਜੀ ਨੂੰ ਮਿਲ ਰਹੀ ਸੀ ਉਹ ਭਾਈ ਪਾਰੋ ਜੀ ਨੂੰ ਸਤਿਗੁਰੂ ਨੇ ਦੇਣੀ ਚਾਹੀ। ਭਾਈ ਪਾਰੋ ਜੀ ਤੇ ਭਾਈ ਜੇਠਾ ਜੀ ਦੇ ਰੂਪ 'ਚ ਗੁਰੂ ਰਾਮਦਾਸ ਜੀ ਇਕੱਠੇ ਸੇਵਾ ਕਰਦੇ ਰਹੇ ਗੋਇੰਦਵਾਲ ਸਾਹਿਬ। ਔਰ ਉਸ ਵੇਲੇ ਭਾਈ ਸਾਹਿਬ ਜੀ ਕਹਿੰਦੇ ਸਤਿਗੁਰੂ ਵੀ ਮੈਨੂੰ ਗੱਦੀ ਨਹੀਂ ਗੋਦੀ ਬਖਸ਼ਿਸ਼ ਕਰ ਦਿਓ। ਤਾਂ ਮਹਾਰਾਜ ਨੇ ਇਹ ਬਚਨ ਕੀਤੇ ਕਿ ਜਾਓ ਭਾਈ ਫਿਰ ਉਸ ਸਾਈਂ ਦੇ ਘਰ ਚਲੇ ਜਾਓ। ਤੋਂ ਇੱਥੇ ਆ ਕੇ ਫਿਰ ਭਾਈ ਪਾਰੋ ਜੀ ਨੇ ਚਿੱਟਾ ਕੱਪੜਾ ਸਰੀਰ ਤੇ ਲਿਆ ਜਿਸ ਤਰ੍ਹਾਂ ਬਾਬਾ ਟਲ ਰਾਏ ਜੀ ਨੇ, ਔਰ ਇਸ ਤਰ੍ਹਾਂ ਫਿਰ ਪ੍ਰਭੂ ਪਿਆਨੇ ਕੀਤੇ, ਸਰੀਰ ਤਿਆਗ ਦਾ। ਔਰ ਉਹਨਾਂ ਦੇ ਸਰੀਰ ਦੀ ਸਾਰੀ ਕਿਰਿਆ ਗੁਰੂ ਰਾਮਦਾਸ ਮਹਾਰਾਜ ਜੀ ਨੇ ਇੱਥੇ ਆ ਕੇ ਕੀਤੀ ਜੇਠਾ ਜੀ ਦੇ ਰੂਪ ਵਿੱਚ। ਔਰ ਬੜੇ ਪ੍ਰੇਮ ਸ਼ਰਧਾ ਭਾਵਨਾ ਦੇ ਨਾਲ ਉਹ ਇੱਥੇ ਪਹੁੰਚ ਗਏ। ਔਰ ਗੁਰੂ ਸਾਹਿਬ ਜੀ ਦੀ ਵੱਡੀ ਬਖਸ਼ਿਸ਼ ਵਰਤੀ ਹੈ, ਦਇਆ ਵਰਤੀ ਹੈ ਇਸ ਧਰਤੀ ਦੇ ਉੱਤੇ। ਤੋ ਮਹਾਰਾਜ ਜੀ ਦੀਆਂ ਬੇਅੰਤ ਬਖਸ਼ਿਸ਼ਾਂ ਜਿਹੜੀਆਂ ਹਨ ਸੋ ਸਤਿਗੁਰੂ ਨੇ ਇੱਥੇ ਵਰਤਾਈਆਂ। ਗੁਰੂ ਰਾਮਦਾਸ ਜੀ ਫਿਰ ਉਹਨਾਂ ਦੀ ਘੋੜੀ ਤੇ ਕੁਝ ਸਮਾਨ ਲੈ ਕੇ ਗਏ ਤੇ ਇਹ ਤਾਂ 4 ਗੁਰੂ ਸਾਹਿਬ ਆ ਗਏ। ਤੋ ਫਿਰ 5ਵੇਂ ਪਾਤਸ਼ਾਹ ਮਹਾਰਾਜ ਜੀ ਗੁਰੂ ਹਰਗੋਬਿੰਦ ਸਾਹਿਬ ਨੂੰ ਵਿਆਹੁਣ ਇੱਥੇ ਆਏ। ਔਰ ਇਸ ਨਗਰ ਦੀ ਕਿਤਨੀ ਕੁ ਕਿਸਮਤ ਕਹਿ ਲਓ, ਬਖਸ਼ਿਸ਼ ਕਹਿ ਲਓ ਵੀ ਜਿਹੜਾ ਰਿਸ਼ਤਾ ਚੰਦੂ ਦੀਵਾਨ ਨੇ ਠੁਕਰਾਇਆ ਸੀ ਉਸ ਵੇਲੇ ਵੀ ਚਬਾਰੇ ਦੀ ਇੱਟ ਮੋਰੀ ਕਰਕੇ, ਉਹ ਫਿਰ ਨਰਾਇਣ ਦਾਸ ਜੀ ਡੱਲੇ ਦੇ। ਇਹਨਾਂ ਨੇ ਸੰਗਤ ਨੇ ਬੇਨਤੀ ਕੀਤੀ ਸਾਡੀ ਸਪੁੱਤਰੀ ਮਾਤਾ ਦਮੋਦਰੀ ਵਿਆਹ ਦੇ ਲਾਇਕ ਹੈ, ਜੇ ਪ੍ਰਵਾਨ ਕਰੋ। ਸਤਿਗੁਰੂ ਕਹਿੰਦੇ ਅਸੀਂ ਨਿਮਰਤਾ ਨੂੰ ਪ੍ਰਵਾਨ ਕਰਾਂਗੇ। ਉਸ ਵੇਲੇ ਫਿਰ ਇਸ ਨਗਰ ਦੀ ਬੱਚੀ ਨੂੰ ਪ੍ਰਵਾਨ ਕੀਤਾ ਔਰ ਇੱਥੇ ਮਹਾਰਾਜ ਵਿਆਹੁਣ ਆਏ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ। ਤੇ ਜਦੋਂ ਹਾਂਜੀ ਮਾਤਾ ਦਮੋਦਰੀ ਜੀ ਨੂੰ ਜਦੋਂ ਫਿਰ ਵਿਆਹੁਣ ਆਏ ਤੇ ਸੰਗਤ ਨੇ ਮੰਗ ਕੀਤੀ ਵੀ ਸਤਿਗੁਰੂ ਇੱਕ ਵਿਆਹ ਦੀ ਨਿਸ਼ਾਨੀ ਬਖਸ਼ੋ। ਤੇ ਮਹਾਰਾਜ ਕਹਿਣ ਲੱਗੇ ਵੀ ਕਿਹੜੀ ਨਿਸ਼ਾਨੀ ਚਾਹੀਦੀ ਦੱਸੋ? ਕਹਿੰਦੇ ਮਹਾਰਾਜ ਜਿਹੜੀ ਸਾਰੀ ਸਿੱਖ ਜਗਤ ਵਰਤ ਸਕੇ। ਇਹ ਮਹਾਰਾਜ ਮੁਸਕਰਾ ਕੇ ਕਹਿੰਦੇ ਵੀ ਐਸੀ ਨਿਸ਼ਾਨੀ ਕਿਹੜੀ ਹੈ ਵੀ ਜਿਹੜੇ ਸਾਰੇ ਵਰਤਨ? ਤੋਂ ਮਹਾਰਾਜ ਸਾਹਿਬ ਜੀ ਨੂੰ ਫਿਰ ਸੰਗਤਾਂ ਆਖਿਆ ਵੀ
ਇੱਥੇ ਖੂਹ ਬੌਲੀਆਂ ਬਹੁਤ ਨੇ ਪਰ ਵੱਡੇ ਲੋਕਾਂ ਦੀਆਂ, ਗਰੀਬਾਂ ਨੂੰ ਕੋਈ ਪਾਣੀ ਨਹੀਂ ਦਿੰਦਾ, ਕੋਈ ਜਲ ਨਹੀਂ ਛਕਣ ਦਿੰਦਾ। ਸੋ ਇਸ ਕਰਕੇ ਸਾਨੂੰ ਬੌਲੀ ਬਖਸ਼ੋ। ਜੋ ਆਪਾਂ ਆਪਣੇ ਪਿਛਲੇ ਪਾਸੇ ਨਜ਼ਰ ਮਾਰ ਰਹੇ, ਇਹ ਬੌਲੀ ਸਾਹਿਬ ਦਾ ਟੱਪ ਲਾਇਆ ਫਿਰ ਗੁਰੂ ਅਰਜਨ ਸਾਹਿਬ ਜੀ ਨੇ ਉਸ ਵੇਲੇ। ਔਰ ਇਸ ਟੱਪ ਦੀ ਸੇਵਾ ਭਾਈ ਸ਼ਾਲੋ ਜੀ, ਜਿਨ੍ਹਾਂ ਕਿਤੇ ਪਾਥੀਆਂ ਵੱਟੇ ਪੁੱਤਰ ਵੰਡੇ ਸਨ, ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਭਾਈ ਸ਼ਾਲੋ ਦਾ ਟੋਭਾ ਕਰਕੇ ਸਥਾਨ ਹੈ। ਤੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਭਾਈ ਸ਼ਾਲੋ ਜੀ ਨੂੰ ਇਹ ਸੇਵਾ ਸੌਂਪੀ ਬੌਲੀ ਦੀ। ਔਰ ਇਸ ਤਰ੍ਹਾਂ ਕਰਕੇ ਫਿਰ ਮਾਤਾ ਦਮੋਦਰੀ ਜੀ ਦੀ ਕੁੱਖ ਦੇ ਉੱਤੋਂ ਸਪੁੱਤਰ ਪੈਦਾ ਹੋਏ ਬਾਬਾ ਗੁਰਦਿੱਤਾ ਜੀ, ਤੇ ਬਾਬਾ ਗੁਰਦਿੱਤਾ ਜੀ ਦੇ ਘਰ ਪੈਦਾ ਹੋਏ ਗੁਰੂ ਹਰ ਰਾਏ ਸਾਹਿਬ ਜੀ। ਔਰ ਗੁਰੂ ਹਰ ਰਾਏ ਸਾਹਿਬ ਜੀ ਨੂੰ ਬਾਬਾ ਗੁਰਦਿੱਤਾ ਜੀ ਲੈ ਕੇ ਆਉਂਦੇ ਰਹੇ, ਕਿਉਂਕਿ ਬਾਬਾ ਗੁਰਦਿੱਤਾ ਜੀ ਦੇ ਨਾਨੀ ਜੀ ਲੱਗਦੇ ਹਨ ਮਾਤਾ ਭਾਗ ਭਰੀ ਜੀ। ਤੋ ਇਸ ਕਰਕੇ ਇਤਿਹਾਸ ਦੀ ਵਿਲੱਖਣਤਾ ਬਹੁਤ ਵੱਡੀ ਹੈ, ਬਖਸ਼ਿਸ਼ ਭਰੀ ਹੈ। ਔਰ ਮੇਰੇ ਖਿਆਲ ਦੇ ਵਿੱਚ ਜੇ ਦਾਸ ਗਲਤ ਨਾ ਹੋਵੇ ਤੇ ਪੂਰੇ ਵਰਲਡ 'ਚ ਕੋਈ ਐਸਾ ਸਥਾਨ ਮਿਰਲਾ ਹੀ ਮਿਲੇਗਾ ਜਿੱਥੇ 72 ਬ੍ਰਹਮ ਗਿਆਨੀ, 8 ਗੁਰੂ ਸਾਹਿਬ ਜੀ ਤੇ 4 ਮੰਜੀਆਂ ਸ਼ੋਭਤ ਹਨ। ਤੇ ਮਹਾਰਾਜ ਦੇ ਬਚਨ ਹੋਏ ਸੀ, ਡੱਲਾ ਰਤਨਾਂ ਦੀ ਖਾਣ। ਮਹਾਰਾਜ ਕਹਿੰਦੇ ਰਤਨਾਂ ਦੀ ਖਾਣ, ਇੱਥੇ ਰਤਨ ਹਨ, ਭਾਵ ਇਤਨੀ ਬੰਦਗੀ ਵਾਲੇ ਮਹਾਂਪੁਰਖ ਹੋਏ ਹਨ ਇਸ ਨਗਰ ਦੇ ਵਿੱਚ। ਸਵਾਬ ਸੰਗਤਾਂ ਨੇ ਇਹ ਸਾਰਾ ਇਤਿਹਾਸ ਸੁਣਿਆ ਹੈ ਔਰ ਬਿਲਕੁਲ ਨਿਰੋਲ, ਕਿਉਂਕਿ ਜਿਹੜੇ ਸਥਾਨ ਇੱਥੇ ਬਣੇ ਉਹ ਗਵਾਹੀ ਦੇ ਰਹੇ ਹਨ। ਜਿਸ ਗੁਰਦੁਆਰਾ ਸਾਹਿਬ ਆਨੰਦ ਕਾਰਜ ਹੋਏ ਔਰ ਬਾਬਾ ਬੁੱਢਾ ਜੀ ਨੇ ਲਾਵਾਂ ਦਾ ਪਾਠ ਕੀਤਾ। ਔਰ ਇਹ ਵੀ ਇੱਕ ਮਹਾਨ ਬਖਸ਼ਿਸ਼ ਕਿ ਸਿੱਖ ਇਤਿਹਾਸ ਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਨਾਲ ਸਭ ਤੋਂ ਪਹਿਲਾ ਆਨੰਦ ਕਾਰਜ ਡੱਲੇ 'ਚ ਹੋਇਆ। 1604 ਨੂੰ ਪਹਿਲਾ ਪ੍ਰਕਾਸ਼ ਹੁੰਦਾ ਜੀ ਗੁਰੂ ਗ੍ਰੰਥ ਸਾਹਿਬ ਦਾ। ਔਰ ਉਸੇ ਸੰਨ ਦੇ ਵਿੱਚ ਇੱਥੇ ਲਾਵਾਂ ਹੁੰਦੀਆਂ ਤੇ ਉੱਥੋਂ ਅੰਮ੍ਰਿਤਸਰ ਸਾਹਿਬ ਤੋਂ ਪਾਲਕੀ ਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਇੱਥੇ ਲਿਆਂਦਾ ਗਿਆ। ਬਹੁਤ ਵੱਡੇ ਭਾਗ ਹਨ ਜੀ ਇਸ ਨਗਰ ਦੇ। ਔਰ ਇਸ ਨਗਰ ਦੇ ਵਿੱਚ ਇਸ ਵੇਲੇ 3 ਗੁਰਦੁਆਰਾ ਸਾਹਿਬ ਸ਼ੋਭਤ ਹਨ, ਗੁਰਦੁਆਰਾ ਬੌਲੀ ਸਾਹਿਬ ਤੇ ਗੁਰਦੁਆਰਾ ਪ੍ਰਕਾਸ਼ ਸਥਾਨ ਭਾਈ ਲਾਲੂ ਜੀ, ਜਿਨ੍ਹਾਂ ਨੂੰ ਮੰਜੀ ਦੀ ਗੁਰੂ ਅਮਰਦਾਸ ਜੀ ਦੇ ਘਰੋਂ ਮਿਲੀ ਤੇ ਤਈਆ ਤਾਪ ਦੇ ਵੀ ਉਹਨਾਂ ਨੂੰ ਬਖਸ਼ਿਸ਼ਾਂ ਮਿਲੀਆਂ। ਜੋ ਤਈਆ ਤਾਪ ਦੀ ਸਾਖੀ ਵੀ ਸੰਗਤਾਂ ਨੂੰ ਸਾਂਝੀ ਕਰੋ। ਉਹ ਜੋ ਤਈਆ ਤਾਪ ਦੀ ਸਾਖੀ ਹੈ, ਪੁਰਾਤਨ ਰਵਾਇਤਾਂ ਅਨੁਸਾਰ ਜੋ ਸੀਨਾ ਬਸੀਨਾ ਕਿ ਆਪ ਜੀ ਨੇ ਕਈ ਵਾਰ ਸੁਣਿਆ ਵਿਦਵਾਨਾਂ ਤੋਂ, ਜਿਸ ਤਰ੍ਹਾਂ ਗਿਆਨੀ ਪਿੰਦਰਪਾਲ ਜੀ, ਭਾਈ ਜੰਗਬੀਰ ਸਿੰਘ ਜੀ, ਇਹ ਵਿਦਵਾਨ ਜਿਹੜੇ ਸਾਡੇ ਅੱਜ ਮੰਨੇ ਹਨ, ਉਹਨਾਂ ਨੇ ਬਚਨ ਕਿ ਗੋਇੰਦਵਾਲ ਸਾਹਿਬ ਕਿਸੇ ਮਾਂ ਦਾ ਪੁੱਤਰ ਚੜ੍ਹਾਈ ਕਰ ਗਿਆ ਤੇ ਗੁਰੂ ਅਮਰਦਾਸ ਜੀ ਆਪਣੀ ਬੰਦਗੀ ਕਰ ਰਹੇ ਸਨ। ਤਾਂ ਉਹਨਾਂ ਕਿਹਾ ਭਾਈ ਵੀ ਰੋਂਦਾ ਕੌਣ ਹੈ? ਸਿੱਖ ਕਹਿੰਦੇ ਜੀ ਇੱਕ ਮਾਈ ਦਾ ਪੁੱਤਰ ਚੜ੍ਹਾਈ ਕਰ ਗਿਆ ਤੇ ਇਹ ਤਾਂ ਆਪਣਾ ਉਹ ਰੋ ਰਹੀ ਹੈ। ਤੇ ਮਹਾਰਾਜ ਕਹਿੰਦੇ ਵੀ ਜਾ ਕੇ ਕਹੋ ਮਾਂ ਨਾ ਰੋ, ਅਸੀਂ ਬੰਦਗੀ ਕਰਨੀ ਹੈ। ਹੋਰ ਕਹਿੰਦੇ ਜੀ ਉਹ ਨਹੀਂ ਹਟ ਰਹੀ। ਤੇ ਸਤਿਗੁਰੂ ਨੇ ਬਚਨ ਕੀਤੇ, ਕਹਿੰਦੇ ਜਾ ਮਾਤਾ ਤੇਰਾ ਪੁੱਤਰ ਜਿਉਂਦਾ ਕਰ ਦਾਂਗੇ, ਸਾਨੂੰ ਸਿਮਰਨ ਕਰ ਲੈਣ ਦਿਓ। ਉਸ ਵੇਲੇ ਉਹਦਾ ਪੁੱਤਰ ਜਿਉਂਦਾ ਕੀਤਾ। ਔਰ ਉਹ ਤਈਏ ਤਾਪ ਨੂੰ ਫਿਰ ਜਿਹੜੀ ਉਹ ਬਿਮਾਰੀ ਸੀ ਉਹ ਭਾਈ ਲਾਲੂ ਜੀ ਨੂੰ ਬਖਸ਼ਿਸ਼ ਹੋਈ। ਬਚਨ ਹਨ ਤਵਾਰੀਖ ਦੇ ਸਹਿਜ ਸੁਭਾਏ, ਬਚਨ ਗੁਰ ਭਇਆ ਲਾਲੂ ਰੰਗਣ ਰੰਗਿਆ ਗਿਆ। ਮਹਾਰਾਜ ਕਹਿੰਦੇ ਭਾਈ ਲਾਲੂ ਕੀ ਕਰਦੇ ਆ? ਕਹਿੰਦੇ ਮਹਾਰਾਜ ਵੈਦ ਹਾਂ, ਦਵਾਈਆਂ ਦਿੰਦੇ ਇਲਾਕੇ ਵਿੱਚ। ਮਹਾਰਾਜ ਕਹਿੰਦੇ ਹੁਣ ਦਵਾਈ ਦੇ ਨਾਲ ਦਵਾ ਸ਼ੁਰੂ ਕਰੋ, ਬੰਦਗੀ ਸ਼ੁਰੂ ਕਰੋ, ਕਿਤੇ ਜਾਣਾ ਨਹੀਂ, ਸੰਗਤਾਂ ਤੁਹਾਡੇ ਕੋਲ ਆਪ ਆਇਆ ਕਰਨਗੀਆਂ। ਔਰ ਜਿਹਨੂੰ ਕਿਤੇੋਂ ਵੀ ਫਰਕ ਨਹੀਂ ਪਊ ਉਹਨੂੰ ਤੁਹਾਡੇ ਘਰੋਂ ਪਿਆ ਕਰੂ। ਅੱਜ ਵੀ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਇੱਥੇ ਅਖੰਡ ਪਾਠ ਸਾਹਿਬ ਆਰੰਭ ਕਰਵਾਉਂਦੇ ਹੈ, ਜਿਨ੍ਹਾਂ ਨੂੰ ਹਸਪਤਾਲਾਂ ਤੋਂ ਵੀ ਜਵਾਬ ਹੋ ਜਾਂਦਾ, ਉਹ ਵੀ ਇਸ ਮਹਾਂਪੁਰਖ ਦੇ ਘਰੋਂ ਅੱਜ ਵੀ ਠੀਕ ਹੋ ਰਹੇ ਹਨ। ਔਰ ਇਹ ਅੱਜ ਵੀ ਸਾਧ ਸੰਗਤ ਜੀ ਉਹ ਕੋਟੜੀ ਸਾਹਿਬ ਇਸ ਸਥਾਨ 'ਤੇ ਮੌਜੂਦ ਹੈ। ਔਰ ਜਿਨ੍ਹਾਂ ਦੀ ਭਾਵਨਾ ਹੈ ਉਹ ਅੱਜ ਵੀ ਉਸ ਤਈਆ ਤਾਪ ਨੂੰ ਸਮਰਪਿਤ ਆਟਾ ਤੇ ਮੰਨੀ ਇੱਥੇ ਚੜ੍ਹਾਉਂਦੇ ਹਨ। ਜੋ ਸਾਲ ਬਾਅਦ ਉਹ ਕੋਠੜੀ ਖੋਲ੍ਹੀ ਜਾਂਦੀ ਹੈ, ਜਦੋਂ ਪ੍ਰਕਾਸ਼ ਦਿਹਾੜਾ ਭਾਈ ਲਾਲੂ ਜੀ ਦਾ ਮਨਾਇਆ ਜਾਂਦਾ ਅੱਸੂ ਦੀ ਮੱਸਿਆ 'ਤੇ ਬਹੁਤ ਵੱਡਾ ਜੋੜ ਮੇਲਾ ਹੁੰਦਾ ਇਸ ਸਥਾਨ 'ਤੇ। ਉਦੋਂ ਫਿਰ ਪੁੰਨਿਆਂ 'ਤੇ 15 ਦਿਨ ਪਹਿਲਾਂ ਉਹ ਕੋਠੜੀ ਦਾ ਦਰਵਾਜ਼ਾ ਖੋਲ੍ਹ ਦਿੱਤਾ ਜਾਂਦਾ ਹੈ, ਕਿਉਂਕਿ ਉਹ ਮਨੌਤ ਹੈ ਇਤਿਹਾਸ ਦੀ ਕਿ ਜਦੋਂ ਤਈਆ ਤਾਪ ਨੂੰ ਲਿਆਏ ਤੇ ਉਹਨਾਂ ਬੇਨਤੀ ਕੀਤੀ ਕਿ ਬ੍ਰਹਮ ਗਿਆਨੀ ਜੀ ਮੈਨੂੰ ਛੱਡੋ। ਉਹ ਕਹਿੰਦੇ ਵੀ ਜੇ ਛੱਡਾਂਗੇ ਤੇ ਤੂੰ ਲਹੂ ਪੀਵੇਂਗਾ। ਔਰ ਉਹ ਕਹਿੰਦੇ ਨਹੀਂ, ਜੋ ਤੁਸੀਂ ਸੇਵਾ ਲਾਓਗੇ। ਫਿਰ ਸਤਿਗੁਰੂ ਮਹਾਰਾਜ ਨੇ ਸੰਗਤਾਂ ਨੂੰ ਬ੍ਰਹਮ ਗਿਆਨੀ ਜੀ ਨੇ ਜਿਸ ਬਾਣੀ ਦੇ ਹੁਕਮ ਹੈ ਬ੍ਰਹਮ ਗਿਆਨੀ ਨਾਥ ਕਾ ਨਾਥ ਬ੍ਰਹਮ ਗਿਆਨੀ ਕਾ ਸਭ ਉਪਰ ਹਾਥ, ਵੀ ਉਹਨਾਂ ਨੇ ਹੱਥ ਸਿਰ 'ਤੇ ਰੱਖਿਆ ਤੇ ਆਖਿਆ ਵੀ ਤੈਨੂੰ ਭੁੱਖਾ ਨਹੀਂ ਰਹਿਣ ਦੇਣਗੇ, ਤੂੰ ਕਿਸੇ ਦਾ ਲਹੂ ਨਹੀਂ ਪੀਣਾ, ਬਲਕਿ ਤੈਨੂੰ ਸੰਗਤਾਂ ਸ਼ਰਧਾ ਨਾਲ ਗੁੜ ਤੇ ਆਟੇ ਦੀ ਮਿੱਠੀ ਮੰਨੀ ਬਣਾ ਕੇ ਚੜ੍ਹਾਇਆ ਕਰਨਗੇ ਤੇ ਉਹਦੇ ਨਾਲ ਹੀ ਤੇਰੀ ਤ੍ਰਿਪਤੀ ਹੋ ਜਾਇਆ ਕਰੇਗੀ। ਜਿਸ ਤਰ੍ਹਾਂ ਸਾਧ ਸੰਗਤ ਜੀ ਬਾਜ ਤੇ ਸ਼ੇਰ ਇਹ ਬਾਜਰਾ ਨਹੀਂ ਖਾਂਦੇ, ਪਰ ਜਦੋਂ ਗੁਰੂ ਸਾਹਿਬ ਜੀ ਦਾਦੂ ਦੁਆਰੇ ਗਏ ਸਨ ਨਾ ਗੋਦਾਵਰੀ ਦੇ ਕੰਢੇ ਤੋਂ ਹਜੂਰ ਸਾਹਿਬ ਨੂੰ, ਤੇ ਉੱਥੇ ਦਾਦੂ ਦੁਆਰੇ ਤੇ ਉਹ ਸਾਰੇ ਬ੍ਰਹਮ ਗਿਆਨੀ ਜਿਹੜੇ ਵੈਸ਼ਨੂ ਸੀ, ਤੇ ਉਹਨਾਂ ਨੇ ਆਖਿਆ ਮਹਾਰਾਜ ਤੁਹਾਡੀ ਸੇਵਾ ਤਾਂ ਕਰਤੀ ਪਰ ਬਾਜ
ਸੋ ਮਹਾਰਾਜ ਕਹਿੰਦੇ ਇਹਨਾਂ ਵਾਸਤੇ ਮਾਸ ਚਾਹੀਦਾ। ਉਹ ਕਹਿੰਦੇ ਵੀ ਅਸੀਂ ਮਾਸ ਨਹੀਂ ਦੇ ਸਕਦੇ। ਫਿਰ ਉੱਥੇ ਇਤਿਹਾਸ ਹੈ ਕਿ ਸਤਿਗੁਰੂ ਮਹਾਰਾਜ ਜੀ ਨੂੰ ਦਾਦੂ ਮਹੰਤ ਜੈਤ ਰਾਮ ਜੀ ਕਹਿਣ ਲੱਗੇ ਵੀ ਤੁਸੀਂ ਕੀ ਨਹੀਂ ਕਰ ਸਕਦੇ, ਤੁਸੀਂ ਕਿਰਪਾ ਕਰੋ, ਤੁਹਾਡੀ ਗੁਰਬਾਣੀ ਕਹਿੰਦੀ ਹੈ ਘਾਹੋ ਖਾਣ ਤੇ ਨਾ ਮਾਸ ਖਵਾਲੇ, ਵੀ ਤੁਸੀਂ ਕਰ ਸਕਦੇ ਹੋ। ਤਾਂ ਫਿਰ ਮਹਾਰਾਜ ਜੀ ਨੇ ਉੱਥੇ ਬਾਜਾਂ ਨੂੰ ਬਾਜਰਾ ਖਵਾਇਆ ਸੀ। ਇਸ ਕਰਕੇ ਉਹਨਾਂ ਦੀਆਂ ਵਡਿਆਈਆਂ ਉਹੀ ਜਾਣਦੇ ਭਾਈ, ਉਹ ਕਰ ਸਕਦੇ। ਫਿਰ ਇੱਥੇ ਬ੍ਰਹਮ ਗਿਆਨੀ ਨੇ ਕਿਹਾ ਵੀ ਤੂੰ ਲਹੂ ਨਹੀਂ ਪੀਣਾ, ਤੈਨੂੰ ਮੰਨੀ ਬਣਾ ਕੇ ਦੇਣਗੇ। ਔਰ ਉੱਥੋਂ ਹੀ ਅੱਜ ਤੱਕ ਪਰੰਪਰਾ ਚੱਲੀ ਆਉਂਦੀ। ਔਰ ਸੰਗਤਾਂ ਦੀ ਸ਼ਰਧਾ ਵੀ ਹੈ ਵੀ ਜਿਹੜਾ ਬਿਮਾਰ ਹੁੰਦਾ, ਜਿਹਦਾ ਬੁਖਾਰ ਲੈਂਦਾ ਹੀ ਨਹੀਂ, ਔਰ ਉਹ ਸ਼ਰਧਾ ਨਾਲ ਜਦੋਂ ਭਾਵਨਾ ਨਾਲ ਮੰਨੀ ਲਿਆ ਕੇ ਇੱਥੇ ਭੇਟਾ ਕਰਦਾ ਏ, ਉਹਦਾ ਬੁਖਾਰ ਟੈਸਟਾਂ ਵਿੱਚ ਆਉਂਦਾ ਹੀ ਨਹੀਂ ਹੈ। ਗੱਲ ਭਾਵਨਾ ਦੀ ਹੈ ਕਿ ਭਾਵਨਾ ਜਿਨ ਪ੍ਰੇਮ ਕੀਓ ਤੇ ਨਹੀਂ ਪ੍ਰਭ ਪਾਇਓ। ਸੋ ਬਹੁਤ ਵੱਡੀਆਂ ਵਡਿਆਈਆਂ ਹਨ। ਸੋ ਆਪ ਸੰਗਤਾਂ ਵਾਸਤੇ ਫਿਰ ਵੀ ਦਾਸ ਤੋਂ ਆਪ ਜੀ ਦੀ ਸੇਵਾ ਕਰਦੇ ਹਾਂ। ਭੁੱਲ ਚੁੱਕ ਹੋਈ ਤਾਂ ਮਾਫ ਕਰ ਦੇਣਾ, ਕਿਉਂਕਿ ਵੱਡਿਆਂ ਦੇ ਇਤਿਹਾਸ ਵੱਡੇ ਨੇ, ਆਪਾਂ ਬੱਚੇ ਹਾਂ। ਤੂੰ ਸਮਰੱਥ ਵੱਡਾ, ਮੇਰੀ ਮਤ ਥੋਰੀ ਰਾਮ, ਪਾਲੈ ਕਿਰਤ ਘਣਾ, ਪੂਰਨ ਦ੍ਰਿਸ਼ਟ ਤੇਰੀ ਰਾਮ। ਮੈਂ ਆਪਣੇ ਆਪ ਨੂੰ ਸੁਭਾਗਾ ਸਮਝਦਾ ਹਾਂ ਜੋ ਦਾਸ ਨੂੰ ਇਸ ਸਥਾਨਾਂ ਤੇ ਕਥਾ ਦੀ ਸੇਵਾ, ਇੱਕ ਸੇਵਾਦਾਰ ਹਾਂ। ਪਰ ਸਤਿਗੁਰੂ ਨੇ ਇੰਨੀ ਪਦਵੀ ਦੇ ਕੇ ਨਵਾਜਿਆ ਹੈ। ਔਰ ਕੋਈ ਪਿਛਲੀ ਸੇਵਾ ਮੈਂ ਆਪਣੀ ਸਮਝਦਾ ਹਾਂ ਬਹੁਤ ਵੱਡੀ, ਜੋ ਵਾਕਈ ਭਾਈ ਸਾਹਿਬ ਨੇ ਰਮਤਾ 'ਚ ਕਹਿਦਾ ਵੀ ਮੱਕੇ ਤੋਂ ਘੱਟ ਨਹੀਂ ਇਹ ਸਥਾਨ, ਇੰਨੀ ਪਵਿੱਤਰ ਇਹ ਧਰਤੀ ਹੈ। ਸੋ ਸਤਿਗੁਰੂ ਸਾਡੇ ਸਿਰ 'ਤੇ ਹੱਥ ਰੱਖਣ, ਸਾਨੂੰ ਕਾਮ ਕ੍ਰੋਧ ਲੋਭ ਮੋਹ ਹੰਕਾਰ ਝੂਠ ਨਿੰਦਿਆ ਚੁਗਲੀ ਤੋਂ ਬਚਾਉਣ, ਸੰਗਤਾਂ 'ਚ ਪਿਆਰ ਵੰਡਣ ਦੀ ਦਾਤ। ਔਰ ਭਾਈ ਸਾਹਿਬ ਜੀਆਂ ਦਾ, ਪੂਰੀ ਟੀਮ ਦਾ ਧੰਨਵਾਦ ਕਰਦੇ ਇੱਥੇ ਆਉਣ 'ਤੇ। ਜੀਓ ਆਇਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਸੁਣ ਸੁਣ ਜੀਵਾ ਤੇਰੀ ਬਾਣੀ, ਸੁਣ ਸੁਣ ਜੀਵਾ ਤੇਰੀ ਬਾਣੀ, ਅਰਦਾਸ ਕਰੀ ਪ੍ਰਭ ਆਪਣੇ ਆਗੇ, ਅਰਦਾਸ ਕਰੀ ਪ੍ਰਭ ਆਪਣੇ